यस ਆਪਾਂ ਸਟਾਰਟ ਕਰਨ ਲੱਗੇ ਹਾਂ ਸੈਕੰਡ ਚੈਪਟਰ ਦਾ ਨੇਮ ਹੈਗਾ ਰਿਲੇਸ਼ਨਸ ਐਂਡ ਫੰਕਸ਼ਨਸ। ਠੀਕ ਹੈ ਜੀ। ਰਿਲੇਸ਼ਨਸ ਐਂਡ ਫੰਕਸ਼ਨਸ ਦੇ ਵਿੱਚ ਜਿਹੜਾ ਕਰਨੇ ਵਾਲਾ ਕੰਮ ਹੈਗਾ ਇੱਥੋਂ ਸਟਾਰਟ ਹੁੰਦਾ ਹੈ ਕਾਰਟੀਜਨ ਪ੍ਰੋਡਕਟ ਆਫ ਸੈਟਸ ਦੇ ਵਿੱਚ। ਕਾਰਟੀਜਨ ਪ੍ਰੋਡਕਟ ਆਫ ਸੈਟਸ ਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲਾਂ ਜੋ ਆਉਂਦਾ ਹੈ ਆਰਡਰਡ ਪੇਅਰ ਆਉਂਦਾ ਹੈ। ਆਰਡਰਡ ਪੇਅਰ ਦਾ ਮੀਨਿੰਗ ਹੁੰਦਾ ਹੈ ਐਨ ਆਰਡਰਡ ਪੇਅਰ ਇਜ਼ ਏ ਪੇਅਰ ਆਫ ਐਂਟਰੀਜ਼ ਇਨ ਦਾ ਸਪੈਸੀਫਾਈਡ ਆਰਡਰ। ਆਰਡਰਡ ਪੇਅਰ ਕੀ ਹੁੰਦਾ ਆ? ਆਰਡਰਡ ਪੇਅਰ an ordered pair is a pair of entries in the specified order. This is called order 2 tuple. The two entries separated by commas and enclosed within brackets. The set of all ordered pairs of elements AB, A belongs to capital A, B belongs to capital B, is called the Cartesian product of two sets A and B and is denoted by A cross B. A cross B is equal to AB, A belongs to A, B belongs to B. ਫਸਟ ਆਫ ਆਲ ਕਿ ਆਰਡਰਡ ਪੇਅਰ ਕੀ ਹੁੰਦਾ ਹੈ? ਆਰਡਰਡ ਪੇਅਰ ਜਿਹੜਾ ਹੁੰਦਾ ਹੈ ਜਿੱਦਾਂ ਕਿ ਆ ਆਪਣੇ ਕੋਲ ਏ ਅਤੇ ਬੀ ਆ ਇੱਕ ਆਰਡਰ ਪੇਅਰ ਦੇ ਵਿੱਚ ਹੈਗਾ। ਜਿਹੜਾ ਪਹਿਲਾ ਐਲੀਮੈਂਟ ਹੈਗਾ ਆ ਉਹ ਪਹਿਲੇ ਸੈੱਟ ਨੂੰ ਬਿਲੋਂਗ ਕਰੇਗਾ, ਏ ਸੈੱਟ ਨੂੰ ਬਿਲੋਂਗ ਕਰੇਗਾ। ਜਿਹੜਾ ਸੈਕਿੰਡ ਐਂਟਰੀ ਹੈਗੀ ਆ ਇਹ ਬੀ ਸੈੱਟ ਨੂੰ ਬਿਲੋਂਗ ਕਰੇਗੀ। ਇਸ ਕਾਲਡ ਦਾ ਔਰ ਇਹਨੂੰ ਆਪਾਂ ਕਾਰਟੀਜਨ ਪ੍ਰੋਡਕਟ ਦੇ ਵਿੱਚ ਵੀ ਲੈ ਕੇ ਆ ਸਕਦੇ ਹਾਂ, ਲੈ ਕੇ ਆ ਰਹੇ ਹਾਂ। ਇਸ ਕਾਲਡ ਦਾ ਕਾਰਟੀਜਨ ਪ੍ਰੋਡਕਟ ਆਫ ਟੂ ਸੈਟਸ ਏ ਐਂਡ ਬੀ ਐਂਡ ਇਜ਼ ਡਿਨੋਟਡ ਬਾਈ ਕਾਰਟੀਜਨ ਪ੍ਰੋਡਕਟ ਨੂੰ ਆਪਾਂ ਏ ਕ੍ਰੋਸ ਬੀ ਦੇ ਨਾਲ ਆਪਾਂ ਡਿਨੋਟ ਕਰਦੇ ਹੈਗੇ ਹਾਂ। ਏ ਕ੍ਰੋਸ ਬੀ ਸਿੰਬੋਲਿਕਲੀ ਇਜ਼ ਇਕੁਅਲ ਟੂ ਏ ਬੀ, ਏ ਬਿਲੋਂਗਸ ਟੂ ਏ, ਬੀ ਬਿਲੋਂਗਸ ਟੂ ਬੀ। ਦੇ ਹੁਣ ਜੇ ਏ ਦੇ ਵਿੱਚ ਐਮ ਐਲੀਮੈਂਟਸ ਹੋਣ, ਬੀ ਦੇ ਵਿੱਚ ਐਨ ਐਲੀਮੈਂਟਸ ਹੋਣ ਤਾਂ ਨੰਬਰ ਆਫ ਐਲੀਮੈਂਟਸ ਏ ਕ੍ਰੋਸ ਬੀ ਦੇ ਵਿੱਚ ਕਿੰਨੇ ਹੋਣਗੇ? ਐਮ ਐਨ ਐਲੀਮੈਂਟਸ ਹੋਣਗੇ। ਆਪਾਂ ਡਾਇਗਰਾਮ ਦੇ ਅਕੋਰਡਿੰਗਲੀ ਇਹਨੂੰ ਸਮਝਣ ਦੀ ਵੀ ਟਰਾਈ ਕਰਦੇ ਹਾਂ। ਪਹਿਲਾਂ ਆਪਾਂ ਨੇ ਕੋਈ ਏ ਸੈੱਟ ਦੇ ਵਿੱਚ ਦੋ ਐਲੀਮੈਂਟਸ ਆਪਾਂ ਕੰਸੀਡਰ ਕਰ ਲਏ, ਐਗਜ਼ਾਮਪਲ ਲੈ ਲਈ 1 ਅਤੇ 2। ਬੀ ਸੈੱਟ ਦੇ ਵਿੱਚ ਆਪਾਂ ਤਿੰਨ ਐਲੀਮੈਂਟਸ ਲੈ ਲਏ ਏ ਬੀ ਸੀ। ਅਤੇ ਜਦੋਂ ਆਪਾਂ ਇਹਨਾਂ ਦੀ ਕਾਰਟੀਜਨ ਪ੍ਰੋਡਕਟ ਲਿਖਣੀ ਹੈਗੀ ਆ ਆਪਣੇ ਕੋਲ ਐਲੀਮੈਂਟਸ ਆ ਜਾਣਗੇ। ਸੈੱਟ ਦੀ ਫੋਰਮ ਬਣਾਉਣੀ ਹੈਗੀ ਆ 1 ਔਰ ਏ ਦਾ ਆਰਡਰਡ ਪੇਅਰ। ਆ ਸਾਰੇ ਆਪਾਂ ਆਰਡਰਡ ਪੇਅਰ 'ਚ ਲਿਖਾਂਗੇ 1A 1B 1C 2A 2A 2B 2C। ਇਹ ਸਾਰਾ ਆਪਣੇ ਕੋਲ ਇੱਕ ਆਰਡਰਡ ਪੇਅਰ ਆ। 1A ਜਿਹੜਾ ਆਰਡਰਡ ਪੇਅਰ ਦੇ ਵਿੱਚ ਹੈਗਾ, 1B ਆਰਡਰਡ ਪੇਅਰ 'ਚ ਹੈਗਾ, 1C ਆਰਡਰਡ ਪੇਅਰ 'ਚ ਹੈਗਾ, 2A 2B 2C ਇਹ ਸਾਰੇ ਆਰਡਰਡ ਪੇਅਰ ਦੇ ਵਿੱਚ ਹੈਗੇ ਆ। ਜੇ ਤੁਸੀਂ ਧਿਆਨ ਨਾਲ ਦੇਖੋ ਜਿਹੜੇ ਇਹਦੀਆਂ ਇਸ ਕਾਰਟੀਜਨ ਪ੍ਰੋਡਕਟ ਦੇ ਵਿੱਚ ਜਿਹੜੇ ਪਹਿਲੇ ਐਲੀਮੈਂਟਸ ਆ 1 1 1 2 2 2 ਕੀ ਹੈਗੇ ਆ? 1 3 ਟਾਈਮਸ ਆਉਂਦਾ, ਮਤਲਬ 1 ਨੂੰ ਆਪਾਂ 1 ਹੀ ਇੱਕ ਵਾਰੀ ਕੰਸੀਡਰ ਕਰਾਂਗੇ। 2 3 ਟਾਈਮਸ ਆਉਂਦਾ, ਉਹਨੂੰ ਵੀ ਇੱਕ ਵਾਰੀ ਕੰਸੀਡਰ ਕਰਾਂਗੇ। ਇਹ ਜਿਹੜੇ ਪਹਿਲੇ ਐਲੀਮੈਂਟਸ ਆ ਸਾਰੇ ਏ ਸੈੱਟ ਦੇ ਐਲੀਮੈਂਟਸ ਹੈਗੇ ਆ। ਜਿਹੜੀਆਂ ਸੈਕਿੰਡ ਐਂਟਰੀਜ਼ ਹੈਗੀਆਂ ਆ ਜੇ ਤੁਸੀਂ ਧਿਆਨ ਨਾਲ ਦੇਖਦੇ ਆ ਤਾਂ ਇਹ ਬੀ ਸੈੱਟ ਨੂੰ ਜਿਹੜੀਆਂ ਬਿਲੋਂਗ ਕਰਦੀਆਂ ਪਈਆਂ। ਜੇ ਆਪਾਂ ਡਾਇਗਰਾਮ ਦੇ ਅਕੋਰਡਿੰਗਲੀ ਬਣਾਉਣਾ ਹੋਵੇ ਏ ਬੀ ਆਪਾਂ ਦੋ ਸੈੱਟਸ ਬਣਾ ਲਏ 1 ਅਤੇ 2 ਏ ਬੀ ਸੀ। ਹੁਣ ਜਿਹੜਾ 1 ਹੈਗਾ ਆ ਉਹ ਏ ਦੇ ਨਾਲ ਐਸੋਸੀਏਟ ਕਰਦਾ, 1 ਬੀ ਦੇ ਨਾਲ ਐਸੋਸੀਏਟ ਕਰਦਾ, 1 ਸੀ ਦੇ ਨਾਲ ਐਸੋਸੀਏਟ ਕਰਦਾ। ਸਿਮਿਲਰਲੀ 2A 2B 2C ਦੇ ਨਾਲ ਐਸੋਸੀਏਸ਼ਨ ਇਹ ਬਣਾ ਰਹੇ ਹੈਗੇ। ਇਹ ਆਪਾਂ ਡਾਇਗਰਾਮੈਟਿਕਲੀ ਵੀ ਇਹਨੂੰ ਫੋਲੋ ਕਰ ਰਿਹਾ ਹੈਗਾ। ਸੋ ਇਹ ਸੀਗਾ ਇਹਦੇ ਵਿੱਚ ਆਪਣੇ ਕੋਲ ਕਾਰਟੀਜਨ ਪ੍ਰੋਡਕਟ ਦੀ ਡੈਫੀਨੇਸ਼ਨ ਦੇ ਦਿੱਤੀ ਔਰ ਆਰਡਰਡ ਪੇਅਰ ਬਾਰੇ ਉਹਨਾਂ ਨੇ ਇਹੀ ਇਹਦੇ ਵਿੱਚ ਆਪਾਂ ਨੂੰ ਕਲੀਅਰ ਕੀਤਾ ਆ ਕਿ ਜਿਹੜਾ ਆਰਡਰਡ ਪੇਅਰ ਹੁੰਦਾ ਇਹ ਪੇਅਰ ਆਫ ਐਂਟਰੀਜ਼ ਦਾ ਹੁੰਦਾ ਹੈ ਸਪੈਸੀਫਾਈਡ ਆਰਡਰ ਦੇ ਵਿੱਚ। ਇਹ ਹੁੰਦੇ ਆ ਪੇਅਰ ਆਫ ਐਂਟਰੀਜ਼ ਮੀਨਿੰਗ ਲਾਈਕ ਏ ਬੀ। ਇਹ ਪੇਅਰ ਆਫ ਐਂਟਰੀਜ਼ ਬਣ ਗਿਆ ਅਤੇ ਇਹੀ ਆਰਡਰਡ ਪੇਅਰ ਹੁੰਦਾ ਔਰ ਇਹਨੂੰ ਆਪਾਂ ਦਿਸ ਇਜ਼ ਕਾਲਡ ਆਰਡਰਡ 2 ਟਪਲ ਕਹਿੰਦੇ ਹੁੰਦੇ, ਆਰਡਰਡ 2 ਟਪਲ। ਸੋ ਨੈਕਸਟ ਆਪਾਂ ਦੇਖਦੇ ਹੈਗੇ ਹਾਂ ਇਹਦੇ ਵਿੱਚ ਹੀ ਆਪਾਂ ਨੂੰ ਡੈਫੀਨੇਸ਼ਨ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਆਰਡਰਡ ਜਿੱਦਾਂ 2 ਟਪਲ ਸੀਗਾ ਉੱਦਾਂ ਹੀ ਆਰਡਰਡ 3 ਟਪਲ ਵੀ ਹੁੰਦਾ ਆ। ਜੇ ਏ ਬੀ ਸੀ ਕੋਈ 3 ਸੈੱਟਸ ਹੋਣ ਦੈਨ ਬਾਈ ਆਰਡਰਡ ਟ੍ਰਿਪਲੇਟ ਆਫ ਐਲੀਮੈਂਟਸ ਵੀ ਮੀਨ ਏ ਟ੍ਰਿਪਲੇਟ ਏ ਬੀ ਸੀ। A belongs to capital A, B belongs to capital B, C belongs to capital C. In that order, this is called ordered 3 tuple. The set of all ordered triplets A, B, C, A belongs to capital A, B belongs to capital B, C belongs to capital C is called the Cartesian product of three sets A, B and C and is denoted by A cross B. Symbolically, A cross B cross C is equal to A, B, C. A belongs to capital A, comma B belongs to capital B, C belongs to कैपिटल C। सिमिलरली वी कैन डिफाइन कार्टीजन प्रोडक्ट ऑफ एन सैट्स। पहला आप ऑर्डर 2 टपल डिस्कस कर लिया, हुणे आप ऑर्डर 3 टपल डिस्कस कर लिया। इदां आप एन सैट्स की कार्टीजन प्रोडक्ट्स भी जोड़ा डिस्कस कर सकते हैं। तो आप ऑलरेडी कर चुके हैं कि नंबर ऑफ एलीमेंट्स ए क्रॉस बी इज इक्वल टू एम एन, इट इज़ इक्वल टू एन ऑफ ए क्रॉस एन ऑफ बी। नैक्सट अपने को आंदा है ये कार्टीजन प्रोडक्ट ਦੇ इन्ना ही सीगा। आप प्रॉब्लम्स नाल एक्सरसाइज दी प्रॉब्लम्स ਨੂੰ डिस्कस नाल ही कर लेना हैगा। ਆਪਾਂ ਹੁਣ ਨੈਕਸਟ ਇਹਦੇ ਨਾਲ ਹੀ ਆ ਰਹੇ ਹੈਗੇ ਆ ਡੈਫੀਨੇਸ਼ਨ ਆਫ ਰਿਲੇਸ਼ਨ ਦੇ ਉੱਪਰ। ਇਹ ਰਿਲੇਸ਼ਨ ਫਰੋਮ ਏ ਸੈਟ A ਟੂ ਸੈਟ B ਇਜ਼ ਅ ਸਬਸੈਟ ਆਫ A ਕ੍ਰੋਸ B। ਕਿ ਰਿਲੇਸ਼ਨ ਦੀ ਡੈਫੀਨੇਸ਼ਨ ਕੀ ਹੈਗੀ ਆ? ਰਿਲੇਸ਼ਨ ਦੀ ਡੈਫੀਨੇਸ਼ਨ ਹੈਗੀ ਆ ਇਹ ਰਿਲੇਸ਼ਨ ਫਰੋਮ ਏ ਸੈਟ A ਟੂ ਸੈਟ B ਇਜ਼ ਅ ਸਬਸੈਟ ਆਫ A ਕ੍ਰੋਸ B। R is a proper subset of A cross B। then ਇਹਦੇ ਵਿੱਚ ਡੈਫੀਨੇਸ਼ਨਸ ਅੱਗੇ ਆਉਣੀਆਂ ਹੈਗੀਆਂ ਡੋਮੇਨ, ਰੇਂਜ ਔਰ ਕੋਡੋਮੇਨ ਦੀਆਂ। ठीक है जी। let A B be any two non-empty sets, R be a relation from the set A to set B, then the domain of the element
domain of the relation R is the set of all first components of ordered pairs belonging to R, and range of the relation R is the set of all second elements of ordered pairs belonging to R. Domain of R is equal to x. X belongs to capital A, xy belongs to capital R for some y belongs to capital B. Range of R is equal to y belongs to capital B, xy belongs to capital R for some x belongs to capital A. If R is a relation from A to B, then B is called co-domain of R. ਇਹਦਾ ਬਹੁਤ ਜ਼ਿਆਦਾ ਡੀਪ ਮੀਨਿੰਗ ਹੈਗਾ ਆ, ਇਹਨੂੰ ਆਪਾਂ ਫੋਲੋ ਕਰਦੇ ਹੈਗੇ ਆ ਕਿ ਰਿਲੇਸ਼ਨ ਐਕਚੁਅਲੀ ਹੁੰਦਾ ਕੀ ਹੈਗਾ, ਲਾਈਕ ਆਪਣੇ ਕੋਲ ਐਗਜ਼ਾਮਪਲ ਦਿੱਤੀ ਹੋਈ ਹੈਗੀ ਆ ਕਿ ਲੈਟ ਅਸ ਕੰਸੀਡਰ ਐਨ ਐਗਜ਼ਾਮਪਲ। ਏ ਸੈੱਟ ਦੇ ਵਿੱਚ ਤਿੰਨ ਆਪਣੇ ਕੋਲ 4 ਐਲੀਮੈਂਟਸ ਆ, ਰਾਮ, ਸ਼ਾਮ, ਜਾਮਲ ਐਂਡ ਜੌਨ, ਤੇ ਬੀ ਹੈਗੇ ਆ ਆਸ਼ਾ, ਜ਼ਰੀਨਾ, ਮੈਰੀ ਐਂਡ ਸੁਸ਼ਮਾ। ਹੇਅਰ ਦਾ ਰਿਲੇਸ਼ਨ ਵਿਲ ਬੀ ਇਜ਼ ਅ ਬ੍ਰਦਰ ਆਫ ਬਿਟਵੀਨ ਦ ਐਲੀਮੈਂਟਸ ਆਫ ਸੈੱਟ ਏ ਐਂਡ ਸੈੱਟ ਬੀ। ਜਿਹੜੇ ਏ ਸੈੱਟ ਔਰ ਬੀ ਸੈੱਟ ਦੇ ਐਲੀਮੈਂਟਸ ਹੈਗੇ, ਇਹਨਾਂ ਦੇ ਵਿੱਚ ਬ੍ਰਦਰ ਦਾ ਰਿਲੇਸ਼ਨ ਹੈਗਾ ਆ, ਮਤਲਬ ਜਿਹੜਾ ਰਾਮ ਹੈਗਾ ਆ ਉਹ ਆਸ਼ਾ ਦਾ ਬ੍ਰਦਰ ਹੈਗਾ ਆ, ਸ਼ਾਮ ਜ਼ਰੀਨਾ ਦਾ ਬ੍ਰਦਰ ਹੈਗਾ ਆ, ਜਾਮਲ ਜਿਹੜਾ ਆ ਉਹ ਮੈਰੀ ਦਾ ਬ੍ਰਦਰ ਹੈਗਾ, ਜਾਮਲ ਜਿਹੜਾ ਹੈਗਾ ਆ ਉਹ ਵੀ ਜ਼ਰੀਨਾ ਦਾ ਹੀ ਬ੍ਰਦਰ ਹੈਗਾ ਆ, ਔਰ ਜੌਨ ਜਿਹੜਾ ਹੈਗਾ ਆ ਉਹ ਮੈਰੀ ਦਾ ਬ੍ਰਦਰ ਹੈਗਾ ਆ। ਠੀਕ ਹੈ ਜੀ। ਲੈਟ ਆਰ ਡਿਨੋਟ ਦਾ ਰਿਲੇਸ਼ਨ ਇਜ਼ ਅ ਬ੍ਰਦਰ ਆਫ, ਦੈਨ ਆਰ ਰਾਮ ਆਰ ਆਸ਼ਾ, ਮਤਲਬ ਰਾਮ ਦਾ ਰਿਲੇਸ਼ਨ ਆਸ਼ਾ ਦੇ ਨਾਲ ਆ, ਬ੍ਰਦਰ ਦਾ ਰਿਲੇਸ਼ਨ ਆ, ਸ਼ਾਮ ਦਾ ਰਿਲੇਸ਼ਨ ਸੁਸ਼ਮਾ ਦੇ ਨਾਲ ਹੈਗਾ ਆ, ਉਹਨਾਂ ਦਾ ਆਪਸ ਵਿੱਚ ਉਹ ਵੀ ਬ੍ਰਦਰ ਦਾ ਹੀ ਰਿਲੇਸ਼ਨ ਆ, ਜਾਮਲ ਦਾ ਜ਼ਰੀਨਾ ਦੇ ਨਾਲ ਆ, ਔਰ ਜੌਨ ਦਾ ਮੈਰੀ ਦੇ ਨਾਲ ਆ। ਇਹਨੂੰ ਆਪਾਂ ਇੱਦਾਂ ਰਿਪਰੈਜ਼ੈਂਟ ਕਰ ਸਕਦੇ ਹੈਗੇ ਆ। ਔਰ ਆਰ ਇਜ਼ ਇਕੁਅਲ ਟੂ ਐਕਸ ਵਾਈ, ਐਕਸ ਬਿਲੋਂਗਸ ਟੂ ਕੈਪੀਟਲ ਏ, ਵਾਈ ਬਿਲੋਂਗਸ ਟੂ ਕੈਪੀਟਲ ਬੀ, ਐਕਸ ਇਜ਼ ਰਿਲੇਟਡ ਟੂ ਵਾਈ, ਔਰ ਉਹਨਾਂ ਨੇ ਇਹਦੇ ਵਿੱਚ ਰਿਲੇਸ਼ਨ ਜਿਹੜਾ ਆ ਉਹਨੂੰ ਦੱਸ ਦਿੱਤਾ ਹੈਗਾ ਆ। ਸੋ ਇਹ ਰਿਲੇਸ਼ਨ ਦੇ ਅੰਡਰ ਆਉਂਦੇ ਆ, ਇਹਦੇ ਅੰਡਰ ਹੀ ਚੱਲ ਕੇ ਆਪਣੇ ਕੋਲ ਅੱਗੇ ਆਣਗੇ ਡੋਮੇਨ, ਕੋਡੋਮੇਨ ਅਤੇ ਰੇਂਜ, ਜਿਹੜੀ ਆਪਾਂ ਡੈਫੀਨੇਸ਼ਨ ਹੁਣੇ ਡਿਸਕਸ ਕਰਕੇ ਹਟੇ ਹੈਗੇ ਆ। ਆਪਾਂ ਨੂੰ ਇੱਕ ਹੋਰ ਐਗਜ਼ਾਮਪਲ ਦਿੱਤੀ ਹੋਈ ਹੈ, ਲੈਟ ਅਸ ਕੰਸੀਡਰ ਐਨ ਐਗਜ਼ਾਮਪਲ। ਉਹਦੇ ਵਿੱਚ ਆਪਾਂ ਨੂੰ ਕਿਹਾ ਹੈ ਕਿ ਐਨ ਕੋਈ ਨੈਚੁਰਲ ਨੰਬਰ ਦਾ ਸੈੱਟ ਹੈਗਾ ਆ, ਅਤੇ ਇਹਨਾਂ ਦੇ ਵਿੱਚ ਰਿਲੇਸ਼ਨ ਹੈਗਾ ਸਕੁਆਇਰ ਦਾ। ਜਿੱਦਾਂ ਕਿ ਆਪਣੇ ਕੋਲ ਐਲੀਮੈਂਟਸ ਹੈਗੇ ਆ, 1 ਇਜ਼ ਰਿਲੇਟਡ ਟੂ 1, 2 ਇਜ਼ ਰਿਲੇਟਡ ਟੂ 4, 3 ਇਜ਼ ਰਿਲੇਟਡ ਟੂ 9, 4 ਇਜ਼ ਰਿਲੇਟਡ ਟੂ 16। ਕਿ 1 ਦਾ 1 ਦੇ ਨਾਲ ਕੀ ਰਿਲੇਸ਼ਨ ਹੋਇਆ ਕਿ ਜਿਹੜੀ ਸੈਕਿੰਡ ਐਂਟਰੀ ਆ ਉਹ ਪਹਿਲੇ ਐਲੀਮੈਂਟ ਦਾ ਸਕੁਆਇਰ ਆ। 4 ਇਜ਼ ਰਿਲੇਟਡ 2 ਇਜ਼ ਰਿਲੇਟਡ ਟੂ 4, ਕਿ ਜਿਹੜਾ 2 ਦਾ ਸਕੁਆਇਰ 4 ਦੇ ਬਰਾਬਰ ਆ, 3 ਦਾ ਸਕੁਆਇਰ 9 ਦੇ ਬਰਾਬਰ ਆ, 4 ਦਾ ਸਕੁਆਇਰ 16 ਦੇ ਬਰਾਬਰ ਆ। ਇਹਨੂੰ ਆਪਾਂ ਸੈੱਟ ਬਿਲਡਰ ਫਾਰਮ 'ਚ ਇੱਦਾਂ ਲਿਖ ਸਕਦੇ ਹਾਂ, ਐਕਸ ਵਾਈ ਬਿਲੋਂਗਸ ਟੂ ਕੈਪੀਟਲ ਐਨ ਐਂਡ ਵਾਈ ਇਜ਼ ਇਕੁਅਲ ਟੂ ਐਕਸ ਸਕੁਆਇਰ। ਜਿਹੜਾ ਪਿੱਛੇ ਵਾਲਾ ਐਲੀਮੈਂਟ ਹੈਗਾ ਆ ਉਹ ਫਸਟ ਐਲੀਮੈਂਟ ਦੇ ਸਕੁਆਇਰ ਦੇ ਇਕੁਅਲ ਆ, ਸੋ ਇਹਨੂੰ ਆਪਾਂ ਇੱਦਾਂ ਰਿਪਰੈਜ਼ੈਂਟ ਕਰ ਲਿਆ। ਸੋ ਨੈਕਸਟ ਆਪਾਂ ਇਹਦੇ ਵਿੱਚ ਕੁਐਸਚਨ ਕਰਨ ਦੀ ਟਰਾਈ ਕਰਨ ਲੱਗੇ ਹੈਗੇ ਹਾਂ। ਕੁਐਸਚਨ ਨੰਬਰ 2.1 ਦਾ ਫਸਟ ਕੁਐਸਚਨ, 2.1 ਐਕਸਰਸਾਈਜ਼। 2.1 ਐਕਸਰਸਾਈਜ਼ ਦੇ ਵਿੱਚ ਕੁਐਸਚਨ ਨੰਬਰ ਫਸਟ ਕੁਐਸਚਨ ਦੀ ਸਟੇਟਮੈਂਟ ਆ ਕਿ ਇਫ x over 3 plus 1 comma y minus 2 over 3 is equal to 5 over 3 comma 1 over 3, find the values of x and y। ਸੋ ਇਹਨੂੰ ਆਪਾਂ ਕਿੱਦਾਂ ਕੁਐਸਚਨ ਕਰਨਾ ਹੈ, ਵੈਰੀ ਸਿੰਪਲ ਹੈਗਾ ਆ ਕਿ x over 3 plus 1 is equal to 5 over 3, ਤਾਂ ਆਪਾਂ ਇਹਦੇ ਵਿੱਚੋਂ x ਦੀ ਵੈਲਿਊ ਕੱਢਣੀ ਆ। ਆਪਾਂ ਨੇ ਕੋ ਆ ਗਿਆ x over 3 is equal to 5 over 3 minus 1, x over 3 is equal to 5 minus 3 over 3, x ਦੀ ਵੈਲਿਊ ਆਪਣੇ ਕੋਲ 2 ਨਿਕਲ ਕੇ ਆ ਗਈ। y minus 2 over 3 is equal to 1 over 3, ਇਹਦੇ ਵਿੱਚ y ਨੂੰ ਆਪਾਂ ਸੋਲਵ ਕਰ ਲਿਆ। ਜਦੋਂ y ਦੀ ਵੈਲਿਊ ਆਪਣੇ ਕੋਲ 1 ਆ ਗਈ, ਕੈਲਕੂਲੇਸ਼ਨਸ ਹੀ ਹੈਗੀਆਂ ਬਹੁਤ ਈਜ਼ੀ ਸੀਗੀਆਂ ਇਹ। ਨੈਕਸਟ ਆਪਣੇ ਕੋਲ ਸੈਕਿੰਡ ਕੁਐਸਚਨ ਹੈ। ਸੈਕਿੰਡ ਕੁਐਸਚਨ ਦੇ ਵਿੱਚ ਆਪਾਂ ਨੂੰ ਦਿੱਤਾ ਹੈ ਕਿ ਸੈੱਟ ਏ ਦੇ ਵਿੱਚ 3 ਐਲੀਮੈਂਟਸ ਹੈਗੇ ਆ, ਬੀ ਸੈੱਟ ਦੇ ਵਿੱਚ 3, 4, 5। ਤੁਸੀਂ ਆਪਣੇ ਆਪ ਦੇਖਣਾ ਕਿ ਇਹਦਾ ਕੀ ਮੀਨਿੰਗ ਹੋ ਸਕਦਾ। ਫਾਈਂਡ ਦਾ ਨੰਬਰ ਆਫ ਐਲੀਮੈਂਟਸ ਇਨ ਏ ਕ੍ਰੋਸ ਬੀ। ਬਹੁਤ ਸੌਖਾ ਜਿਹਾ ਕੁਐਸਚਨ ਹੈਗਾ ਆ ਕਿ ਜੇ ਸੈੱਟ ਏ ਦੇ ਵਿੱਚ 3 ਐਲੀਮੈਂਟਸ ਹੈਗੇ ਆ, ਹੁਣ ਬੀ ਸੈੱਟ ਦੇ ਵਿੱਚ ਉਹਨਾਂ ਨੇ ਆਪਾਂ ਨੂੰ ਐਲੀਮੈਂਟਸ ਸਪੈਸੀਫਾਈ ਕਰਤੇ 3, 4, 5 ਐਲੀਮੈਂਟਸ ਦਾ ਨੰਬਰ ਆਫ ਐਲੀਮੈਂਟਸ ਤਾਂ ਬੀ ਦੇ ਵਿੱਚ ਵੀ 3 ਹੋਏ, ਤਾਂ ਨੰਬਰ ਆਫ ਐਲੀਮੈਂਟਸ ਇਨ ਏ ਕ੍ਰੋਸ ਬੀ 'ਚ ਕਿੰਨੇ ਹੋਣਗੇ? 3 × 3 ਆਪਣੇ ਕੋਲ 9 ਐਲੀਮੈਂਟਸ ਹੋਣਗੇ। ਠੀਕ ਹੈ ਜੀ। ਨੈਕਸਟ ਕੁਐਸਚਨ ਨੰਬਰ ਥਰਡ ਹੈ। ਥਰਡ ਦੇ ਵਿੱਚ ਆਪਾਂ ਨੂੰ ਜੀ ਸੈੱਟ ਦੇ ਵਿੱਚ ਐਲੀਮੈਂਟ ਦਿੱਤੇ ਹੋਏ 2, 7 ਅਤੇ 8, ਐਚ ਸੈੱਟ ਦੇ ਵਿੱਚ ਦਿੱਤੇ ਆ 5, 4, 2। ਆਪਾਂ ਜੀ ਕ੍ਰੋਸ ਐਚ ਅਤੇ ਐਚ ਕ੍ਰੋਸ ਜੀ ਫਾਈਂਡ ਕਰਨੀ ਹੈਗੀ ਆ, ਅਤੇ ਇਹਦੇ ਲਈ ਆਪਾਂ ਕੀ ਕਰਾਂਗੇ, ਇਹਨਾਂ ਦੀ ਕਾਰਟੀਜਨ ਪ੍ਰੋਡਕਟ ਕਰਨੀ ਹੈ। ਇਹਦਾ ਮੀਨਿੰਗ ਇਹ ਹੈਗਾ ਆ, ਤਾਂ ਆਪਾਂ ਇੱਥੇ ਕੀ ਕਰਾਂਗੇ, ਆਰਡਰਡ ਪੇਅਰਸ ਬਣਾਉਣ ਲੱਗੇ ਜੋ ਆਪਾਂ ਡੈਫੀਨੇਸ਼ਨ 'ਚ ਪੜ੍ਹ ਕੇ ਆਏ ਹੈਗੇ ਆ 7, 5, 7, 4, 7, 2, 8, 5, 8, 4, 8, 2। ਜਦੋਂ ਆਪਾਂ ਜੀ ਕ੍ਰੋਸ ਐਚ ਲਿਖ ਲਈ, ਐਚ ਕ੍ਰੋਸ ਜੀ ਲਿਖਣੀ ਬਹੁਤ ਈਜ਼ੀ ਆ, ਇਹਨੂੰ ਰਿਵਰਸ ਕਰ ਦਾਂਗੇ, ਬਟ ਜੀ ਕ੍ਰੋਸ ਐਚ ਇਜ਼ ਨਾਟ ਇਕੁਅਲ ਟੂ ਐਚ ਕ੍ਰੋਸ ਜੀ, ਇਸ ਗੱਲ ਦਾ ਖਿਆਲ ਰੱਖਣਾ। ਐਚ ਕ੍ਰੋਸ ਜੀ ਆਪਣੇ ਕੋਲ ਆ ਗਈ 5, 7, 4, 7, 2, 7, 5, 8, 4, 8, 2, 8। ਠੀਕ ਹੈ। ਨੈਕਸਟ ਕੁਐਸਚਨ ਨੰਬਰ ਆਪਣੇ ਕੋਲ ਫੋਰਥ ਕੁਐਸਚਨ ਦਾ ਫਸਟ ਪਾਰਟ, ਸਟੇਟ ਵੈਦਰ ਈਚ ਆਫ ਦ ਫੋਲੋਇੰਗ ਸਟੇਟਮੈਂਟਸ ਆਰ ਟਰੂ ਔਰ ਫਾਲਸ। ਇਫ ਦ ਸਟੇਟਮੈਂਟ ਇਜ਼ ਫਾਲਸ ਦੈਨ ਰੀਰਾਈਟ ਦ ਗਿਵਨ ਸਟੇਟਮੈਂਟ ਕਰੈਕਟਲੀ। ਹੁਣ ਆਪਾਂ ਨੂੰ ਪੀ ਸੈੱਟ ਦਿੱਤਾ MN, Q ਸੈੱਟ ਦਿੱਤਾ NM। ਸਾਨੂੰ ਇਹ ਕਹਤਾ ਕਿ P × Q ਜਿਹੜਾ ਆ ਉਹ MN ਅਤੇ NM ਦੇ ਬਰਾਬਰ ਆ। ਆਪਾਂ ਪਹਿਲਾਂ P × Q ਬਣਾ ਕੇ ਦੇਖਦੇ ਹਾਂ ਕਿ ਫਾਲਸ ਹੁੰਦਾ ਕਿ ਟਰੂ ਹੁੰਦਾ। ਜਦੋਂ ਆਪਾਂ P × Q ਬਣਾਈ ਤਾਂ ਆਪਣੇ ਕੋਲ ਆ ਗਈ MN, MM, NN ਔਰ NM। ਆਪਾਂ ਨੂੰ ਜੋ ਸਟੇਟਮੈਂਟ ਦਿੱਤੀ ਉਹਦੇ ਵਿੱਚ ਸਿਰਫ 2 ਹੀ ਐਲੀਮੈਂਟਸ ਦਿੱਤੇ ਆ, ਬਟ ਕਾਰਟੀਜਨ ਪ੍ਰੋਡਕਟ ਦੇ ਵਿੱਚ ਤਾਂ 4 ਐਲੀਮੈਂਟਸ ਆਉਂਦੇ ਆ, ਸੋ ਇਸ ਕਰਕੇ ਗਿਵਨ ਸਟੇਟਮੈਂਟ ਆਪਣੇ ਕੋਲ ਫਾਲਸ ਹੋ ਗਈ।
ਤਾਂ ਆਪਾਂ ਸਟੇਟਮੈਂਟ ਨੂੰ ਵੀ ਕਰੈਕਟ ਕਰਕੇ ਇਸ ਤਰੀਕੇ ਨਾਲ ਲਿਖ ਰਹੇ ਹੈਗੇ ਆ। ਨੈਕਸਟ ਆਪਣੇ ਕੋਲ ਸੈਕੰਡ ਕੁਐਸਚਨ ਹੈਗਾ ਆ ਕਿ ਜੇ A ਤੇ B ਆਪਣੇ ਕੋਲ ਦੋ ਨੋਨ ਐਮਪਟੀ ਸੈਟਸ ਆ, then A cross B is non-empty set of ordered pairs xy such that x belongs to B and y belongs to A। ਇਹ ਤੁਹਾਨੂੰ ਹੁਣ ਤੱਕ ਕਲੀਅਰ ਹੋ ਜਾਣਾ ਚਾਹੀਦਾ ਹੈਗਾ ਹੈ ਕਿ x belongs to B ਔਰ y belongs to A is the correct answer। ਸੋ ਇਹਦਾ ਆਨਸਰ ਵੀ ਕੀ ਆਏਗਾ, ਫਾਲਸ ਆਏਗਾ, ਕਿਉਂਕਿ ਆਪਾਂ ਪੜ੍ਹਿਆ ਆ ਕਿ ਆਰਡਰਡ ਪੇਅਰ ਦੇ ਵਿੱਚ ਕਿ x ਜਿਹੜਾ ਪਹਿਲਾ ਐਲੀਮੈਂਟ ਹੈਗਾ ਉਹ ਪਹਿਲੇ ਸੈੱਟ ਨੂੰ ਬਿਲੋਂਗ ਕਰਦਾ ਹੈ, x ਬਿਲੋਂਗਸ ਟੂ A ਹੋਣਾ ਚਾਹੀਦਾ ਸੀਗਾ ਤੇ y ਬਿਲੋਂਗਸ ਟੂ ਕੈਪੀਟਲ B ਆਉਣਾ ਚਾਹੀਦਾ ਸੀਗਾ। ਸੋ ਇਸ ਕਰਕੇ ਇਹ ਸਟੇਟਮੈਂਟ ਵੀ ਫਾਲਸ ਦੇ ਅੰਡਰ ਹੀ ਆਏਗੀ। ਨੈਕਸਟ ਆਪਣੇ ਕੋਲ ਥਰਡ ਕੁਐਸਚਨ ਹੈ ਕਿ ਜੇ A ਸੈੱਟ ਦੇ ਵਿੱਚ 1 2 2 ਐਲੀਮੈਂਟਸ ਹੈ, B ਦੇ ਵਿੱਚ 3 4 ਐਲੀਮੈਂਟਸ ਹੈ, ਤਾਂ ਕਿਆ ਇਹ ਕੰਡੀਸ਼ਨ ਜਿਹੜੀ ਆ ਜਸਟੀਫਾਈ ਹੋਏਗੀ ਕਿ A ਕ੍ਰਾਸ B ਇੰਟਰਸੈਕਸ਼ਨ φ ਇਜ਼ ਇਕੁਅਲ ਟੂ φ ਦੇ ਇਕੁਅਲ ਹੋਏਗਾ। ਤਾਂ ਆਪਾਂ ਦੇਖਦੇ ਹੈਗੇ ਪਹਿਲਾਂ B ਦੀ ਆਪਾਂ ਜੇ φ ਐਮਪਟੀ ਸੈੱਟ ਨਾਲ ਇੰਟਰਸੈਕਸ਼ਨ ਕਰਦੇ ਹਾਂ ਤਾਂ ਉਹ ਕੀ ਆਊਗੀ, B ਇੰਟਰਸੈਕਸ਼ਨ φ ਜੇ ਆਪਾਂ ਕਰਦੇ ਹਾਂ, B ਸੈੱਟ ਆਪਣੇ ਕੋਲ 3 4 ਆ, ਇਹਦੀ ਆਪਾਂ φ ਦੇ ਨਾਲ ਇੰਟਰਸੈਕਸ਼ਨ ਕੈਲਕੂਲੇਟ ਕਰਦੇ ਪਏ ਹਾਂ ਤੇ ਕੀ φ ਆ ਜਾਏਗਾ। ਜਦੋਂ φ ਦੀ ਆਪਾਂ ਕਾਰਟੀਜੀਅਨ ਪ੍ਰੋਡਕਟ A ਦੇ ਨਾਲ ਕਰਾਂਗੇ, ਆਂਸਰ ਆਪਣੇ ਕੋਲ ਅਗੇਨ φ ਆ ਜਾਏਗਾ। ਠੀਕ ਹੈ ਨਾ। ਸੋ ਇੱਦਾਂ ਹੀ ਸੀਗਾ ਕੁਐਸਚਨ ਹੈ, B ਇੰਟਰਸੈਕਸ਼ਨ φ ਇਜ਼ ਇਕੁਅਲ ਟੂ φ, ਦੋਨਾਂ ਦੀ ਇੰਟਰਸੈਕਸ਼ਨ φ ਆ ਗਈ। ਜਦੋਂ ਆਪਾਂ A ਸੈੱਟ ਦੇ ਨਾਲ ਇਹਦੀ ਕਾਰਟੀਜੀਅਨ ਪ੍ਰੋਡਕਟ ਕੀਤੀ, ਅਗੇਨ ਆਪਣੇ ਕੋਲ φ ਆ ਗਿਆ। ਸੋ ਇਹ ਸਟੇਟਮੈਂਟ ਆਪਾਂ ਨੂੰ ਟਰੂ ਦਿੱਤੀ ਗਈ ਸੀਗੀ। ਨੈਕਸਟ ਕੁਐਸਚਨ ਨੰਬਰ 5th ਹੈ, ਕੁਐਸਚਨ ਨੰਬਰ 5th ਇਜ਼ ਕਿ A ਸੈੱਟ ਦੇ ਵਿੱਚ ਆਪਾਂ ਨੂੰ ਐਲੀਮੈਂਟ ਦਿੱਤੇ ਹੈਗੇ ਆ -1 ਤੇ 1। ਆਪਾਂ A ਕ੍ਰਾਸ A ਕੈਲਕੂਲੇਟ ਕਰਨ ਲੱਗੇ ਹਾਂ। ਇਹ ਕੀ ਹੈਗਾ, ਇਹ ਆਰਡਰਡ 3 ਟਪਲ ਜਿਹੜੀ ਆਪਾਂ ਡੈਫੀਨੇਸ਼ਨ ਪੜ੍ਹ ਕੇ ਆਏ ਹਾਂ ਉਹਦੇ ਉੱਪਰ ਬੇਸਡ ਕੁਐਸਚਨ ਹੈਗਾ। ਤਾਂ ਇਹਨੂੰ ਆਪਾਂ ਕਰਦੇ ਹੈਗੇ ਆਪਾਂ ਜਦੋਂ A ਕ੍ਰਾਸ A ਕੈਲਕੂਲੇਟ ਕਰਨੀ ਆ ਤਾਂ ਪਹਿਲਾਂ ਆਪਾਂ A ਕ੍ਰਾਸ A ਕੈਲਕੂਲੇਟ ਕਰਾਂਗੇ। ਮਤਲਬ -1 1 ਕ੍ਰਾਸ -1 1। ਆਪਾਂ ਇਹਨਾਂ ਦੀ ਜਦੋਂ ਕਾਰਟੀਜੀਅਨ ਪ੍ਰੋਡਕਟ ਕੈਲਕੂਲੇਟ ਕਰਾਂਗੇ, -1 -1 ਇੱਕ ਆਰਡਰਡ ਪੇਅਰ ਬਣ ਗਿਆ, -1 1 ਆਪਣੇ ਕੋਲ ਇੱਕ ਆਰਡਰਡ ਪੇਅਰ ਬਣ ਗਿਆ, 1 -1 ਇੱਕ ਆਰਡਰਡ ਪੇਅਰ ਬਣ ਗਿਆ, 1 ਤੇ 1 ਆਪਣੇ ਕੋਲ ਆਰਡਰਡ ਪੇਅਰ ਬਣ ਗਿਆ। ਇਹ ਆਪਣੇ ਕੋਲ A ਕ੍ਰਾਸ A ਹੋ ਗਈ। ਹੁਣ ਆਪਾਂ A ਕ੍ਰਾਸ A ਦੀ A ਦੇ ਨਾਲ ਜਦੋਂ ਆਪਾਂ ਕਰ ਰਹੇ ਹਾਂ ਕੈਲਕੂਲੇਟ, ਤਾਂ ਇਹਦੇ ਲਈ ਆਪਣੇ ਕੋਲ A ਕ੍ਰਾਸ A ਆ ਗਈ। ਪਹਿਲਾਂ ਆਪਾਂ ਸਾਰੇ ਐਲੀਮੈਂਟ ਚਾਰੇ ਐਲੀਮੈਂਟਸ ਆ ਲਿਖ ਲਏ, ਫਿਰ ਆਪਾਂ -1 ਦੇ ਨਾਲ -1 ਔਰ 1 ਦੇ ਨਾਲ ਇਹਨੂੰ ਆਪਾਂ ਕੈਲਕੂਲੇਟ ਕਰ ਰਹੇ ਹੈਗੇ। ਇਹ ਆਪਣੇ ਕੋਲ ਆ ਗਿਆ -1 -1 ਪਹਿਲਾ ਆਰਡਰਡ ਪੇਅਰ ਇਹ ਬਣ ਗਿਆ। ਇਹ ਆਰਡਰਡ 3 ਟਪਲ ਬਣ ਰਿਹਾ। ਹੁਣ ਦੇਖੋ A B C, -1 A ਸੈੱਟ ਨੂੰ ਬਿਲੋਂਗ ਕਰਦਾ, ਆ -1 A ਸੈੱਟ ਦਾ ਬਿਲੋਂਗ ਕਰਦਾ, ਆ -1 A ਸੈੱਟ ਨੂੰ ਬਿਲੋਂਗ ਕਰਦਾ ਹੈ। ਸੋ ਇਹਦੇ ਵਿੱਚ ਇੱਕ ਸਿਮੈਟਰੀ ਆ, ਉਹਨੂੰ ਆਪਾਂ ਧਿਆਨ ਰੱਖਣਾ ਹੈ। ਦੈਨ -1 1 ਆ ਗਿਆ, ਫਿਰ -1 1 ਆ ਗਿਆ, ਫਿਰ -1 1 1 ਆ ਗਿਆ। ਉਸ ਤੋਂ ਅੱਗੇ ਜਦੋਂ ਆਪਾਂ ਕਰਦੇ ਪਏ ਹਾਂ 1 -1 ਆ ਗਿਆ, 1 -1 -1, ਦੈਨ ਉਸ ਤੋਂ ਬਾਅਦ 1 -1 1 ਆ ਗਿਆ, ਫਿਰ ਅਖੀਰ ਦੇ ਵਿੱਚ 1 1 -1 ਔਰ 1 1 1 ਆਪਣੇ ਕੋਲ ਇਹ ਇਹਨਾਂ ਦੀ ਕਾਰਟੀਜੀਅਨ ਪ੍ਰੋਡਕਟ ਹੈਗੀ ਔਰ ਜਿਹਨੂੰ ਆਪਾਂ ਆਰਡਰਡ 3 ਟਪਲ ਕਹਿੰਦੇ ਹੈਗੇ ਆ। ਨੈਕਸਟ ਆਪਣੇ ਕੋਲ ਕੁਐਸਚਨ ਨੰਬਰ 6th ਆ। ਕੁਐਸਚਨ ਨੰਬਰ 6th ਇਜ਼ ਕਿ A ਕ੍ਰਾਸ B ਦੇ ਵਿੱਚ ਐਲੀਮੈਂਟਸ ਹੈਗੇ ਆ AX AY BX PY। ਫਾਈਂਡ ਤੁਸੀਂ A B ਸੈੱਟ ਨੂੰ ਫਾਈਂਡ ਕਰਨਾ, ਤਾਂ ਆਪਾਂ ਨੂੰ ਇੱਕ ਕੁਐਸਚਨ ਕਾਫੀ ਕਰਨਾ ਈਜ਼ੀ ਹੋ ਜਾਏਗਾ ਕਿ ਜਿਹੜੇ ਆ A ਐਲੀਮੈਂਟ ਆ A ਔਰ B, ਇਹ ਕਿਸ ਸੈੱਟ ਦੇ ਐਲੀਮੈਂਟ ਆ, ਇਹ A ਸੈੱਟ ਦੇ ਐਲੀਮੈਂਟ ਆ। XY ਕਿਹਦੇ ਐਲੀਮੈਂਟਸ ਹੈਗੇ ਆ, ਇਹ B ਸੈੱਟ ਦੇ ਐਲੀਮੈਂਟਸ ਹੈਗੇ ਆ। ਸੋ A ਦੇ ਵਿੱਚ ਕਿੰਨੇ ਐਲੀਮੈਂਟਸ ਆ ਜਾਣਗੇ, A ਤੇ B ਦੇ ਵਿੱਚ ਆ ਗਏ X ਤੇ Y। ਠੀਕ ਹੈ। ਨੈਕਸਟ ਕੁਐਸਚਨ ਨੰਬਰ 7th ਹੈਗਾ, A ਦੇ ਵਿੱਚ ਆਪਾਂ ਨੂੰ ਦਿੱਤੇ ਆ ਐਲੀਮੈਂਟਸ 2 1 ਤੇ 2, B ਦੇ ਵਿੱਚ ਦਿੱਤੇ ਆ 1 2 3 4, C ਦੇ ਵਿੱਚ 5 ਤੇ 6 ਤੇ D ਦੇ ਵਿੱਚ 5 6 7 8। ਆਪਾਂ ਵੈਰੀਫਾਈ ਕਰਨਾ ਆ कि A क्रॉस B इंटरसेक्शन C क्या इज़ इक्वल टू A क्रॉस B इंटरसेक्शन A क्रॉस C है और A क्रॉस C क्या सबसेट है B क्रॉस D ਦਾ। ਇਹਨੂੰ ਆਪਾਂ ਚੈੱਕ ਕਰਦੇ ਹੈਗੇ ਸੋਲਵ ਕਰਕੇ ਕਿ ਕਿੱਦਾਂ ਇਸ ਕੁਐਸਚਨ ਨੂੰ ਕਰਨਾ ਹੈਗਾ। ਪਹਿਲਾਂ ਆਪਾਂ A क्रॉस B ਲਿਖ ਲਾਂਗੇ। ਜਦੋਂ ਆਪਣੇ ਕੋਲ A क्रॉस B ਆ ਜਾਏਗੀ, ਆਪਾਂ ਨੂੰ ਕਾਰਟੀਜੀਅਨ ਪ੍ਰੋਡਕਟ ਲਿਖਣੀ ਆ ਚੁੱਕੀ ਹੈ ਇਸ ਵੇਲੇ। ਇਹ ਆ ਗਈ 1 1 1 2 1 3 1 4 2 1 2 2 2 3 2 4। A क्रॉस C ਦੀ ਵੀ ਆਪਾਂ ਕਾਰਟੀਜੀਅਨ ਪ੍ਰੋਡਕਟ ਕੈਲਕੂਲੇਟ ਕਰ ਲੈਂਦੇ ਹਾਂ 1 5 1 6 2 5 2 6 ਆ ਗਈ। ਜਦੋਂ ਆਪਾਂ B ਇੰਟਰਸੈਕਸ਼ਨ C ਕੈਲਕੂਲੇਟ ਕਰੀਏ, ਆਪਾਂ ਨੂੰ B ਸੈੱਟ ਦਿੱਤਾ ਹੈ 1 2 3 4 ਔਰ C 5 6। ਇਹਨਾਂ ਦੋਨਾਂ ਦੀ ਇੰਟਰਸੈਕਸ਼ਨ ਐਮਪਟੀ ਸੈੱਟ ਆਉਂਦੀ ਹੈ ਜਾਂ ਫਾਈ ਆਉਂਦੀ ਹੈ। ਜਦੋਂ ਆਪਾਂ A क्रॉस ਦੀ B ਇੰਟਰਸੈਕਸ਼ਨ C ਦੇ ਨਾਲ ਕਾਰਟੀਜੀਅਨ ਪ੍ਰੋਡਕਟ ਕਰਾਂਗੇ, ਆਪਾਂ ਉੱਪਰ ਕਰਕੇ ਆਏ ਹਾਂ, ਇਹ B ਇੰਟਰਸੈਕਸ਼ਨ C ਆਪਣੇ ਕੋਲ ਫਾਈ ਆ ਰਹੀ ਆ ਅਤੇ A क्रॉस ਫਾਈ ਕੀ ਆ ਜਾਊਗਾ, ਉਹ ਵੀ ਫਾਈ ਆ ਜਾਊਗਾ। ਸੋ ਲੈਫਟ ਹੈਂਡ ਸਾਈਡ ਆਪਾਂ ਨੂੰ ਕਹਿੰਦੀ ਹੈ ਕਿ ਫਾਈ ਆਉਣਾ ਚਾਹੀਦਾ ਰਿਜ਼ਲਟ। ਜਦੋਂ ਆਪਾਂ ਰਾਈਟ ਹੈਂਡ ਸਾਈਡ ਨੂੰ ਲੈ ਕੇ ਆਉਂਦੇ ਪਏ ਹਾਂ A क्रॉस B ਇੰਟਰਸੈਕਸ਼ਨ A क्रॉस C, ਹੁਣ ਆਪਣੇ ਕੋਲ A क्रॉस B ਆ ਪਈ ਆ 1 1 1 2 1 3 1 4 2 1 2 2 2 3 2 4 ਔਰ A क्रॉस C 1 5 1 6 2 5 2 6। ਤੁਸੀਂ ਇਹਨਾਂ ਦੋਨਾਂ ਚੋਂ ਜੇ ਕੋਮਨ ਐਲੀਮੈਂਟ ਕੱਢਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਕੋਲ ਨਿਕਲੇਗਾ ਨਹੀਂ, ਤਾਂ ਉਹ ਫਾਈ ਆ ਜਾਏਗਾ। ਸੋ ਇਸ ਕਰਕੇ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਦੇ ਬਰਾਬਰ ਆ ਗਈ ਅਤੇ ਆਪਣਾ ਰਿਜ਼ਲਟ ਜਿਹੜਾ ਵੈਰੀਫਾਈ ਹੋ ਗਿਆ। ਹੁਣ ਆਪਾਂ ਨੂੰ ਕਿਹਾ ਆ ਕਿ ਸੈਕੰਡ ਸਟੈਪ ਦੇ ਵਿੱਚ ਕਿ A क्रॉस C ਸਬਸੈਟ ਹੈ B क्रॉस D ਦਾ, ਤਾਂ ਉਹਦੇ ਲਈ ਆਪਾਂ ਕੀ ਕਰਾਂਗੇ, ਪਹਿਲਾਂ ਆਪਾਂ B क्रॉस D ਦੋਨਾਂ B ਔਰ D ਸੈੱਟ ਦੀ ਕਾਰਟੀਜੀਅਨ ਪ੍ਰੋਡਕਟ ਨੋਟ ਕਰਾਂਗੇ। ਇਹ ਆ ਗਿਆ 1 5 1 6 1 7 1 8 2 5 2 6 2 7 2 8 3 5 3 6 3 7 3 8
4 5 4 6 4 7 4 8 ਤੇ ਆਪਾਂ ਚੈੱਕ ਕਰਦੇ ਹੈਗੇ ਆ ਕਿ A क्रॉस C। ਹੁਣ ਜੇ ਤੁਸੀਂ ਧਿਆਨ ਨਾਲ ਚੈੱਕ ਕਰੋਗੇ ਤਾਂ ਤੁਹਾਡੇ ਕੋਲ ਜਿਹੜਾ A क्रॉस C ਹੋਏਗਾ ਆ 4 ਐਲੀਮੈਂਟ ਆ, ਔਰ ਇਹ ਕੀ ਹੈਗੇ ਆ, ਇਹਦੇ ਵਿੱਚ B क्रॉस T ਦੇ ਵਿੱਚ ਇਹ ਇਹਨਾਂ ਦਾ ਸਬਸੈਟ ਬਣ ਰਿਹਾ, ਆਪਾਂ ਨੂੰ ਸ਼ੋ ਹੋ ਰਿਹਾ। ਇਹਦੇ 4 ਐਲੀਮੈਂਟਸ ਆ, ਇਹਦੇ ਆਪਣੇ ਕੋਲ ਇੰਨੇ ਐਲੀਮੈਂਟਸ ਆ, 1 5 ਉਹਦੇ ਵਿੱਚ ਹੈਗਾ, 1 6 ਵੀ ਹੈਗਾ, 2 5 ਵੀ ਹੈਗਾ ਔਰ 2 6 ਵੀ ਹੈਗਾ। ਸੋ ਇਹ ਆਪਣਾ ਕਲੀਅਰ ਹੋ ਗਿਆ ਕਿ A क्रॉस C ਜਿਹੜਾ ਇਜ਼ ਅ ਸਬਸੈਟ ਆਫ B क्रॉस D। ਨੈਕਸਟ ਆਪਣੇ ਕੋਲ ਸੈਕੰਡ ਲਾਸਟ ਕੁਐਸਚਨ ਆ ਰਿਹਾ ਹੈਗਾ ਆ 8th ਕੁਐਸਚਨ ਨੰਬਰ। 8th ਕੁਐਸਚਨ ਦੇ ਵਿੱਚ ਦਿੱਤਾ ਆ ਕਿ ਆਪਾਂ ਨੂੰ A ਸੈੱਟ ਦੇ ਵਿੱਚ 1 ਤੇ 2 ਐਲੀਮੈਂਟਸ ਆ, B ਦੇ ਵਿੱਚ 3 ਤੇ 4 ਐਲੀਮੈਂਟਸ ਆ, ਆਪਾਂ A क्रॉस B ਲਿਖਣਾ ਆ। ਫਿਰ A क्रॉस B ਆਪਾਂ ਲਿਖਣਾ ਹੈ ਤੇ ਫਿਰ ਦੱਸਣਾ ਹੈ ਕਿ ਹਾਊ ਮੈਨੀ ਸਬਸੈਟਸ ਵਿਲ A क्रॉस B ਹੈਵ, ਕਿ A क्रॉस B ਦੇ ਕਿੰਨੇ ਸਬਸੈਟਸ ਹੋਣਗੇ, ਫਿਰ ਆਪਾਂ ਨੂੰ ਲਿਸਟ ਵੀ ਕਰਾਂਗੇ। ਠੀਕ ਹੈ, ਤਾਂ ਪਹਿਲਾਂ ਆਪਾਂ ਕੀ ਕਰਦੇ ਹਾਂ, ਆਪਾਂ ਪਹਿਲਾਂ A क्रॉस B ਨੋਟ ਕਰਦੇ ਹਾਂ। ਕਾਰਟੀਜਨ ਪ੍ਰੋਡਕਟ ਨੋਟ ਕਰ ਲਈ 1 3 1 4 2 3 2 4 ਤੇ ਨੰਬਰ ਆਫ ਸਬਸੈਟਸ ਕੈਲਕੂਲੇਟ ਕਰਨ ਦਾ ਫਾਰਮੂਲਾ ਹੁੰਦਾ ਹੈ 2 ਦੀ ਪਾਵਰ n। ਇੱਥੇ ਆਪਣੇ ਕੋਲ ਐਲੀਮੈਂਟਸ ਹੈਗੇ 4 1 2 3 4 2 ਦੀ ਪਾਵਰ 4 ਆਪਣੇ ਕੋਲ ਇਹਦੇ ਸਬਸੈਟਸ 16 ਹੋਣਗੇ। ਤੇ ਆਪਾਂ ਜਦੋਂ ਇਹਦੇ ਸਬਸੈਟਸ ਨੂੰ ਲਿਖਣਾ ਸਟਾਰਟ ਕਰਨਾ, ਇਹ ਲਿਖਣ ਦਾ ਇੱਕ ਸਿੰਪਲ ਜਿਹਾ ਮੈਥਡ ਆ ਕਿ ਪਹਿਲਾ ਜਿਹੜਾ ਇਹਦਾ ਸਬਸੈਟ ਹੋਏਗਾ ਆਲਵੇਜ਼ 5 ਹੋਏਗਾ, ਫਿਰ ਆਪਾਂ ਸਿੰਗਲਟਨ ਸੈਟਸ ਲਵਾਂਗੇ 1 3 1 4 2 3 2 4 ਲਵਾਂਗੇ, ਫਿਰ ਆਪਾਂ ਡਬਲੇਟ ਲਵਾਂਗੇ 1 3 1 4 1 3 1 4 ਆ ਗਿਆ, 1 3 2 3 ਆ ਗਿਆ, 1 3 2 4 ਆ ਗਿਆ, ਇਹ ਡਬਲੇਟ ਲਏ ਆਪਾਂ। ਫਿਰ 1 4 2 3 1 4 2 3 1 4 2 4 1 4 2 4 ਆ ਗਿਆ, ਫਿਰ 2 3 2 4 ਇਹ ਆਪਣੇ ਕੋਲ ਡਬਲੇਟ ਸੈਟਸ ਆ ਗਏ। ਹੁਣ ਆਪਾਂ ਟ੍ਰਿਪਲੇਟ ਪਿਕ ਕਰਨੇ ਸ਼ੁਰੂ ਕਰਾਂਗੇ 1 3 1 4 2 3 1 3 1 4 2 3 ਦੈਨ 1 3 2 3 2 1 3 1 4 2 3 1 3 1 4 2 3 ਦੈਨ 1 3 1 4 2 4 ਹੋ ਗਿਆ, 1 3 1 4 2 4 ਦੈਨ 1 4 2 3 2 4 ਹੋ ਗਿਆ, 1 4 2 3 2 4 ਹੋ ਗਿਆ, ਦੈਨ ਆਪਣੇ ਕੋਲ 2 3 2 4 1 3 ਹੋ ਗਿਆ, 2 3 2 4 1 3 ਹੋ ਗਿਆ। ਦੈਨ ਆਪਣੇ ਕੋਲ ਇੱਕ ਜਦੋਂ ਆ ਤੁਹਾਡੇ ਕੋਲ 15 ਸਬਸੈਟਸ ਬਣ ਗਏ, ਮੁੜ ਕੇ ਆਪਾਂ ਇਹਨੂੰ ਵੀ ਸਾਰੇ ਨੂੰ ਇੱਕ ਪਿਕ ਕਰ ਲਾਂਗੇ 1 1 3 1 4 2 3 2 4 ਔਰ ਆਪਣੇ ਕੋਲ 16 ਸਬਸੈਟਸ ਜਿਹੜੇ ਆ ਫਾਰਮ ਹੋ ਜਾਣਗੇ। ਨੈਕਸਟ ਆਪਣੇ ਕੋਲ ਕੁਐਸਚਨ ਨੰਬਰ 9th ਹੈਗਾ ਆ। 9th ਕੁਐਸਚਨ ਦੀ ਸਟੇਟਮੈਂਟ ਆ ਕਿ A ਤੇ B ਕੋਈ ਦੋ ਸੈਟਸ ਹੈਗੇ ਆ, ਨੰਬਰ ਆਫ ਐਲੀਮੈਂਟਸ A ਦੇ ਵਿੱਚ 3 ਆ, ਨੰਬਰ ਆਫ ਐਲੀਮੈਂਟਸ B ਦੇ ਵਿੱਚ 2 ਹੈਗੇ ਆ, ਤੇ x1 y2 z1 ਜਿਹੜੇ ਹੈਗੇ ਆ ਉਹ A क्रॉस B ਦੇ ਵਿੱਚ ਹੈਗੇ। ਤੁਸੀਂ A ਤੇ B ਫਾਈਂਡ ਕਰਨੇ ਆ, ਜੇ ਵੇਰ x y z ਡਿਸਟਿੰਕਟ ਐਲੀਮੈਂਟਸ ਹੈਗੇ ਆ। ਤੇ ਇਹਦੇ ਲਈ ਆਪਾਂ ਕੀ ਕਰਦੇ ਹਾਂ, ਹੁਣ A ਸੈੱਟ ਦੇ ਵਿੱਚ ਆਪਾਂ ਨੂੰ ਐਲੀਮੈਂਟਸ ਜੇ ਇੱਥੋਂ ਧਿਆਨ ਨਾਲ ਦੇਖਦੇ ਹਾਂ A ਸੈੱਟ ਦੇ ਵਿੱਚ ਐਲੀਮੈਂਟਸ ਕਿਹੜੇ ਆ ਗਏ, x y z ਆਪਣੇ ਕੋਲ ਆ ਰਹੇ ਆ। A = x y z ਕਿਉਂਕਿ x y z A ਨੂੰ ਬਿਲੋਂਗ ਕਰਦੇ ਆ, ਸੋ A ਦੇ ਐਲੀਮੈਂਟਸ ਆ ਹੋ ਗਏ। 1 ਤੇ 2 ਜਿਹੜੇ B ਨੂੰ ਬਿਲੋਂਗ ਕਰਦੇ ਹੈਗੇ ਆ, ਤਾਂ ਆਪਣੇ ਕੋਲ B ਸੈੱਟ ਦੇ ਐਲੀਮੈਂਟਸ ਆ ਹੋ ਗਏ। ਇਹੀ ਆਪਾਂ ਇਹਨਾਂ ਵਿੱਚ ਕੈਲਕੂਲੇਟ ਕਰਨੇ ਸੀਗੇ, A ਤੇ B ਸੈੱਟਸ ਨੂੰ ਹੀ ਕੈਲਕੂਲੇਟ ਕਰਨਾ ਸੀਗਾ। ਨੈਕਸਟ ਆਪਣੇ ਕੋਲ 10ਵਾਂ ਕੁਐਸਚਨ ਹੈ ਕਿ ਕਾਰਟੀਜਨ ਪ੍ਰੋਡਕਟ A क्रॉस A ਦੇ ਵਿੱਚ 9 ਐਲੀਮੈਂਟਸ ਆ, ਤੇ ਉਹਨਾਂ ਵਿੱਚੋਂ -1 0 ਤੇ 0 1 ਆਪਾਂ ਨੂੰ 2 ਐਲੀਮੈਂਟਸ ਦਿੱਤੇ ਗਏ ਆ। ਆਪਾਂ ਇਹ ਸੈੱਟ ਫਾਈਂਡ ਕਰਨਾ ਹੈ ਤੇ ਰਿਮੇਨਿੰਗ ਐਲੀਮੈਂਟਸ A क्रॉस A ਦੇ ਕੈਲਕੂਲੇਟ ਕਰਨੇ ਆ। ਸੋ ਇਹ ਕਰਨ ਦਾ ਦੇਖੋ ਕੀ ਮੈਥਡ ਹੈਗਾ। ਆਪਾਂ ਨੂੰ ਦੱਸਿਆ ਹੈ ਕਿ A क्रॉस A ਦੇ ਵਿੱਚ 9 ਐਲੀਮੈਂਟਸ ਆ, -1 0 ਤੇ 0 1 ਇਹ ਦੋਨੇ ਜਿਹੜੇ A क्रॉस A ਨੂੰ ਬਿਲੋਂਗ ਕਰਦੇ ਹੈਗੇ ਆ, ਤੇ -1 0 A क्रॉस A ਨੂੰ ਬਿਲੋਂਗ ਕਰਦਾ ਹੈ, 0 1 ਵੀ A क्रॉस A ਨੂੰ ਬਿਲੋਂਗ ਕਰਦਾ ਹੈ, -1 ਤੇ 0 ਜਿਹੜੇ ਆ ਉਹ ਵੀ A क्रॉस A ਨੂੰ ਬਿਲੋਂਗ ਕਰਦੇ, 0 1 A क्रॉस A ਨੂੰ ਬਿਲੋਂਗ ਕਰਦੇ। ਸੋ ਐਲੀਮੈਂਟਸ ਆਪਣੇ ਕੋਲ ਕੱਢਣੇ ਸੌਖੇ ਹੋ ਗਏ। A ਦੀ ਵੈਲਿਊ ਆਪਣੇ ਕੋਲ ਆ ਗਈ -1 0 1। ਹੁਣ ਆਪਾਂ ਇਹਨਾਂ ਦੀ ਕਾਰਟੀਜਨ ਪ੍ਰੋਡਕਟ ਲਿਖਣੀ ਹੋਵੇ ਤਾਂ ਲਿਖ ਸਕਦੇ ਹਾਂ -1 0 1 ਦੀ -1 0 1 ਦੇ ਨਾਲ ਆਪਾਂ ਨੂੰ ਦੋ ਐਲੀਮੈਂਟਸ ਪਹਿਲਾਂ ਹੀ ਦਿੱਤੇ ਹੋਏ ਕਿ ਆਹ ਵਿੱਚ ਹੈਗੇ ਆ -1 0 ਤੇ 0 1, ਇਹਨਾਂ ਨੂੰ ਆਪਾਂ ਨਹੀਂ ਲਿਖਾਂਗੇ। ਆਪਣੇ ਕੋਲ ਜਿਹੜੀ ਬਾਕੀ ਰਿਮੇਨਿੰਗ ਐਲੀਮੈਂਟਸ ਆ ਜਾਣਗੇ -1 1 -1 1 0 -1 0 ਤੇ 0 1 -1 1 0 1 1। ਸੋ ਇਹ ਸੀਗੀ ਪਹਿਲੀ ਐਕਸਰਸਾਈਜ਼।